देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। सिटी ब्यूटीफुल चंडीगढ़ जिसनों पढ़िया लिखिया दा शहर कहा जाता है, लेकिन इन्हां पढ़िया लिखिया दे शहरां दे विच ही काफ़ी ज़्यादा ऐसे दी चीज़ां देखण नूं मिलदियां कि जिहड़ी सानूं सारिआं नूं हैरान कर दिंदी है। चंडीगढ़ के सैक्टर 36 स्थित MCM कॉलेज के विच एक सर्वे कराया गया। ये सर्वे सीगा चंडीगढ़ के विच रहन वालियां 15 साल तो लैके 64 साल की लेडीज़ के उत्ते कुड़ियां दे उत्ते। दरअसल ये सर्वे सीगा कि किस तरीके दे नाल उन्हां नाल हरासमेंट होंदी है तो ये काफ़ी चौंका देने वाले जिहड़े नतीजे है वो सामने आए स्टडी दे विच। इसी बारे गल करन लई साडे नाल हैगे पहला MCM कॉलेज के प्रिंसीपल डॉक्टर निशा भार्गव जी गल करदे हैं। मैम सब तो पहला स्वागत है तुहाडा दैनिक सवेरा ते। बहुत बहुत धन्यवाद जी। मैम ये जिहड़ा सर्वे तुसीं करवाया है ये क्यों करवाया गया, की इहदी लोड़ पई ते क्यों की मोटिव सीगा इस सर्वे दा? अच्छा जी, मैं ਤੁਹਾਨੂੰ ਉਹਦੇ ਵਾਸਤੇ ਥੋੜਾ ਜਿਹਾ ਆਪਣੀ ਸੰਸਥਾ ਬਾਰੇ ਦੱਸਣਾ ਚਾਹੂੰਗੀ। ਸਾਡਾ ਮੇਹਰਚੰਦ ਮਹਾਜਨ DAV ਕਾਲਜ ਫਾਰ ਵੂਮਨ ਹੈ 36 ਸੈਕਟਰ ਚੰਡੀਗੜ੍ਹ ਦੇ ਵਿੱਚ। ਇਹ ਕਾਲਜ ਜਸਟਿਸ ਮੇਹਰਚੰਦ ਮਹਾਜਨ 3rd ਚੀਫ ਜਸਟਿਸ ਸੀ ਇੰਡੀਆ ਦੇ, ਉਹਨਾਂ ਦੇ ਨਾਮ ਦੇ ਨਾਲ ਬਣਿਆ ਹੋਇਆ ਹੈ ਔਰ ਇਹ DAV ਕਾਲਜ ਮੈਨੇਜਿੰਗ ਕਮੇਟੀ ਦੇ ਅੰਡਰ ਇਸ ਵੇਲੇ ਕੰਮ ਕਰ ਰਿਹਾ ਹੈ। ਔਰ ਇਸ ਸੰਸਥਾ ਦੇ ਵਿੱਚ ਨੇਸ਼ਨ ਵਾਈਡ ਬਹੁਤ ਸਾਰੇ ਸਟੂਡੈਂਟਸ ਪੜ੍ਹਨ ਲਈ ਆਉਂਦੇ ਆ। ਨੈਸ਼ਨਲ ਰੈਂਕਿੰਗਸ ਆ ਸਾਡੀਆਂ, ਤੁਸੀਂ ਰੈਂਕਿੰਗ ਦੇਖ ਸਕਦੇ ਹੋ, ਇੰਡੀਆ ਟੂਡੇ 'ਚ ਹਾਈ ਰੈਂਕਿੰਗ ਹੈ ਸਾਡੀ ਔਰ 5000 ਤੋਂ ਵੀ ਜ਼ਿਆਦਾ ਬੱਚੇ ਇੱਥੇ ਪੜ੍ਹਦੇ ਹੈ। ਔਰ ਪਿਛਲੇ ਸਾਲ 17 ਸਟੇਟਸ ਦੇ ਵਿੱਚੋਂ ਬੱਚੇ ਸਾਡੇ ਕਾਲਜ ਦੇ ਵਿੱਚ ਪੜ੍ਹਨ ਲਈ ਆਏ ਹੋਏ ਸੀ ਔਰ ਗਰਲ ਸਟੂਡੈਂਟਸ ਹੈ ਸਾਰੇ, ਇਸ ਕਰਕੇ ਉਹਨਾਂ ਦੀ ਸੇਫਟੀ ਜਿਹੜੀ ਹੈ ਸਾਡਾ ਉਹ ਮੇਨ ਇੱਕ ਹੈ ਮੁੱਦਾ ਕਿ ਉਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਹੈ। ਕੁਛ 1-2 ਸਾਲਾਂ ਤੋਂ ਸਾਡੀ ਨੌਲੇਜ ਵਿੱਚ ਇਹ ਆ ਰਿਹਾ ਸੀ ਕਿ ਬੱਚਿਆਂ ਦੇ ਨਾਲ ਸਾਈਬਰ ਹਰਾਸਮੈਂਟ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ, ਕੋਈ ਫੇਸਬੁੱਕ 'ਤੇ ਦੂਸਰੇ ਸੋਸ਼ਲ ਮੀਡੀਆ 'ਤੇ ਹਰਾਸਮੈਂਟ ਹੋ ਰਹੀ ਹੈ ਔਰ ਸਾਡਾ ਬੜਾ ਕੰਸਰਨ ਸੀਗਾ। ਲਾਸਟ ਈਅਰ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਕੁਲੀਗ ਆ ਡਾਕਟਰ ਮੀਨਾਕਸ਼ੀ ਰਾਣਾ, ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ 1500 ਬੱਚਿਆਂ ਨੂੰ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦੀ ਸੈਲਫ ਸੇਫਟੀ ਟ੍ਰੇਨਿੰਗ ਜਿਹੜੀ ਹੈ ਆਪਣੀ ਉਹ ਦਿਲਵਾਈ ਸੀ, ਸੈਲਫ ਡਿਫੈਂਸ ਟ੍ਰੇਨਿੰਗ ਔਰ ਕਾਲਜ ਦੇ ਵਿੱਚ ਹੀ ਉਹ ਟ੍ਰੇਨਿੰਗ ਹੋਈ ਸੀਗੀ। ਗਵਰਨਰ ਸਾਹਿਬ ਨੇ ਐਪਰੀਸ਼ੀਏਟ ਕੀਤਾ ਸੀ ਆ ਕੇ, ਸੋਸ਼ੋਲੋਜੀ ਡਿਪਾਰਟਮੈਂਟ ਦੇ ਅੰਡਰ ਉਹ ਹੋਈ ਸੀ। ਹੁਣ ਅਸੀਂ ਇਹ ਦੂਸਰਾ ਪ੍ਰੋਜੈਕਟ ਕਰ ਰਹੇ ਹੈਗੇ ਆ, ਇਹ ਸਾਈਬਰ ਜਿਹੜੀ ਹਰਾਸਮੈਂਟ ਹੈ ਉਹਦੇ ਨਾਲ। ਉਹਦਾ ਪਰਪਸ ਇਹੀ ਹੈ ਬੇਸਿਕਲੀ, ਇੱਕ ਤਾਂ ਬੱਚਿਆਂ ਦੀ ਸੇਫਟੀ ਹੈ ਔਰ ਦੂਸਰਾ ਇੱਕ ਅਸੀਂ ਸੋਸ਼ਲ ਰਿਸਪੌਂਸਿਬਿਲਿਟੀ ਸਮਝੀ ਕਿ ਕਿਉਂਕਿ ਇਹ ਸਾਰਿਆਂ ਦੀ ਨੌਲੇਜ ਵਿੱਚ ਆ ਰਿਹਾ ਅੱਜ ਕੱਲ੍ਹ ਕਿ ਇਹ ਬਹੁਤ ਜ਼ਿਆਦਾ ਇੱਕ ਇਸ਼ੂ ਵੱਧਦਾ ਪਿਆ ਜਿਹੜਾ ਹਰਾਸਮੈਂਟ ਹੋ ਰਹੀ ਹੈ ਬੱਚਿਆਂ ਦੀ, ਕਿਉਂਕਿ ਲੜਕੀਆਂ ਥੋੜ੍ਹੀਆਂ ਵਲਨਰੇਬਲ ਹੁੰਦੀਆਂ। ਤੁਹਾਨੂੰ ਪਤਾ ਹੈ ਕਿ ਉਹ ਈਜ਼ੀਲੀ ਕਈ ਵਾਰੀ ਉਹ ਇਸ ਤਰ੍ਹਾਂ ਦੇ ਇਸ਼ੂ ਦੇ ਵਿੱਚ ਜਲਦੀ ਉਹ ਆ ਜਾਂਦੀਆਂ ਹੈਗੀਆਂ। ਉਹ ਇਸ ਕਰਕੇ ਸਾਨੂੰ ਸੀਗਾ ਕਿ ਅਸੀਂ ਬੇਸਿਕਲੀ ਪਹਿਲਾਂ ਪੁਆਇੰਟਰਸ ਲੱਭੀਏ ਕਿ ਕਿਹਨਾਂ ਕਾਰਨਾਂ ਕਰਕੇ ਬੱਚੇ ਇਹਨਾਂ ਗੱਲਾਂ ਵਿੱਚ ਆਉਂਦੇ ਆ ਔਰ ਇਹਦਾ ਕੀ ਅਸੀਂ ਰੈਮੇਡੀ ਲੱਭ ਸਕਦੇ ਹਾਂ, ਕੀ ਇਹਦਾ ਹੱਲ ਹੋ ਸਕਦਾ ਹੈ। ਫਿਰ ਉਹ ਇਸ ਕਰਕੇ ਮੇਰੇ ਕੋਲੀਗਸ ਹੈਗੇ ਆ ਡਾਕਟਰ ਮਮਤਾ ਰੱਤੀ ਔਰ ਡਾਕਟਰ ਮੀਨਾਕਸ਼ੀ ਰਾਣਾ, ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਹੈ ਔਰ UT ਸਾਈਬਰ ਸੈੱਲ ਦੇ ਨਾਲ ਮਿਲ ਕੇ ਕੀਤਾ ਔਰ ਬੜਾ ਅੱਛਾ ਪ੍ਰੋਜੈਕਟ ਔਰ ਇਹ ਡਿਟੇਲਸ ਤੁਹਾਨੂੰ ਇਹ ਦੱਸਣਗੇ। ਮੈਮ ਅਸੀਂ ਗੱਲ ਕਰਦੇ ਹਾਂ ਡਾਕਟਰ ਮਮਤਾ ਰੱਤੀ ਜੀ ਨਾਲ। ਮੈਮ ਇਹ ਜਿਹੜਾ ਤੁਸੀਂ ਸਰਵੇ ਕੀਤਾ ਹੈ ਕੀ ਰਿਜ਼ਲਟਸ ਇਹਦੇ ਫਾਈਂਡਿੰਗ ਸੀਗੀਆਂ, ਕਿਉਂਕਿ ਅਸੀਂ ਜਿਹੜਾ ਸੁਣਿਆ ਕਿ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੇ ਜਿਹੜੇ ਇਹਦੇ ਫਾਈਂਡਿੰਗਸ ਜਿਹੜੇ ਉਹ ਸਾਹਮਣੇ ਆਏ। हाँ जी, एक्चुअली मैं भी MCM DAV ਕਾਲਜ ਦੀ ਰਿਸਰਚ ਕਮੇਟੀ ਦੀ ਇੱਕ ਮੈਂਬਰ ਹਾਂ ਤੇ ਸਾਡੀ DAV ਮੈਨੇਜਿੰਗ ਕਮੇਟੀ ਹਮੇਸ਼ਾ ਹੀ ਸਪਾਂਸਰ ਕਰਦੀ ਹੈ ਕਿ ਜਿੰਨਾ ਹੋ ਸਕੇ ਉਹਨਾਂ ਅਪਲਾਈਡ ਰਿਸਰਚ ਦੇ ਸਾਈਡ ਅਸੀਂ ਜ਼ਿਆਦਾ ਧਿਆਨ ਦਈਏ ਤੇ ਸੋਸਾਇਟੀ ਦੇ ਹੈਲਪਫੁਲ ਵਾਸਤੇ ਜਿਹੜਾ ਹੈਲਪ ਅਸੀਂ ਕਰ ਸਕੀਏ ਆਪਦੀ ਸਾਈਡ ਉਹ ਕਰ ਸਕੀਏ। ਤਾਂ ਉਸ ਕਸਨ 'ਚ ਅਸੀਂ ਸ਼ੁਰੂ ਕੀਤਾ ਇਹ ਪ੍ਰੋਜੈਕਟ ਜਿਹਦੇ 'ਚ ਅਸੀਂ ਫੋਕਸ ਕੀਤਾ ਹੋਇਆ ਸੀ ਕਿ ਵਿਮਨ ਦੀ ਸੇਫਟੀ ਵਰਚੁਅਲ ਵਰਲਡ 'ਚ ਕਿੰਨੀ ਹੈ ਉਹ ਅਸੀਂ ਕਿਵੇਂ ਚੈੱਕ ਕਰੀਏ। ਤਾਂ ਅਸੀਂ ਕਾਫੀ ਸਾਰਾ ਵਰਲਡ ਵਾਈਡ ਜਿਹੜਾ ਵੀ ਲਿਟਰੇਚਰ ਹੈ ਪਹਿਲਾਂ ਤਾਂ ਉਹਨੂੰ ਇੱਕ ਵਾਰ ਚੈੱਕ ਕਰਿਆ, ਉਹ ਤੋਂ ਫਾਈਂਡਿੰਗਸ ਲੈ ਕੇ ਉਹਨੂੰ ਲਿਟਰੇਚਰ ਨੂੰ ਸਾਰਾ ਰਿਵਿਊ ਕਰਕੇ ਸਾਨੂੰ ਇੰਨਾ ਕੁ ਜਿਹਾ ਪਤਾ ਲੱਗ ਗਿਆ ਕਿ ਹੁਣ ਅਸੀਂ ਚੱਲਣਾ ਕਿਵੇਂ ਹੈ, ਕਿਹੜੀ ਸਾਡੀ ਰਸਤਾ ਹੋਊਗਾ ਜਿੱਥੋਂ ਸਾਨੂੰ ਪਤਾ ਲੱਗੇ ਕਿ ਅਸੀਂ ਕਿਵੇਂ ਚੱਲੀਏ। ਤਾਂ ਆਫਟਰਵਰਡਸ ਅਸੀਂ 15 to 64 ਈਅਰਸ ਦੀ ਜਿਹੜਾ ਵੀ ਏਜ ਗਰੁੱਪ ਹੈ ਉਹ ਲੇਡੀਜ਼ ਜਿਹੜੀ ਚੰਡੀਗੜ੍ਹ 'ਚ ਜਾਂ ਤਾਂ ਰਹਿੰਦੀਆਂ ਨੇ ਜਾਂ ਫਿਰ ਇੱਥੇ ਵਰਕਿੰਗ ਹੈ, ਉਹਨਾਂ ਵਾਸਤੇ ਇੱਕ ਕੁਐਸ਼ਨਰ ਬਣਾ ਕੇ, ਇੱਕ ਹੁੰਦਾ ਸਨੋਬਾਲ ਟੈਕਨੀਕ, ਸੈਂਪਲਿੰਗ ਟੈਕਨੀਕ ਹੁੰਦੀ ਹੈ, ਉਹਦੇ ਥਰੂ ਅਸੀਂ ਉਹ ਕੁਐਸ਼ਨਰ ਸੋਸ਼ਲ ਮੀਡੀਆ ਥਰੂ ਪਾਸ ਔਨ ਕੀਤਾ। ਕੁਛ 2-3 ਮਹੀਨੇ ਦੀ ਮਿਹਨਤ ਨਾਲ ਤੇ ਕਾਫੀ ਸਾਰੇ ਗਰੁੱਪਸ ਨੂੰ ਕਨੈਕਟ ਹੋ ਕੇ ਤੇ ਉਹ ਤੋਂ ਮਗਰੋਂ ਸਾਨੂੰ 767 ਰਿਸਪੋਂਡੈਂਟਸ ਤੋਂ ਰਿਸਪੌਂਸ ਆਇਆ। ਜਦੋਂ ਰਿਸਪੌਂਸ ਆਇਆ ਉਦੋਂ ਕਾਫੀ ਸਾਰੇ ਪੁਆਇੰਟਰਸ ਸੀ ਜਿਹੜੇ ਸਾਨੂੰ ਪਤਾ ਲੱਗੇ ਕਿ ਹਾਂ ਕੀ ਐਕਚੁਅਲੀ ਜਿਹੜਾ ਇਹ ਵਰਚੁਅਲ ਵਰਲਡ ਹੈ ਉੱਥੇ ਐਕਚੁਅਲੀ ਹੋ ਕੀ ਰਿਹਾ ਹੈ।
ਫਾਈਨ। ਤਾਂ ਜਿਹੜੀ ਮੇਨ ਜੇ ਆਪਾਂ ਕਰਕਸ ਦੇਖੀਏ ਤਾਂ ਸਾਹਮਣੇ ਨਿਕਲ ਕੇ ਆਇਆ ਹੈ ਕਿ 15 ਤੋਂ 64 ਸਾਲ ਦੇ ਵਿੱਚ ਜੇ ਅਸੀਂ ਸਰਵੇ ਕੀਤਾ ਸੀ, ਸਾਰਿਆਂ ਤੋਂ ਜ਼ਿਆਦਾ ਜਿਹੜਾ ਇਹ ਹਰਾਸਮੈਂਟ ਹੋ ਰਹੀ ਹੈ ਉਹ ਵਨਰੇਬਲ ਗਰੁੱਪ ਜਿਹੜਾ ਹੈ ਉਹ 15 ਤੋਂ 24 ਸਾਲ ਦੇ ਕੁੜੀਆਂ ਦਾ ਹੀ ਹੈ। ਮਤਲਬ ਇਹ ਮੰਨ ਲਓ ਤੁਸੀਂ ਕਿ 10th ਤੇ ਮਗਰੋਂ ਤੇ ਕਾਲਜ ਤੱਕ ਇਹ ਸਕੂਲ ਤੇ ਕਾਲਜ ਗੋਇੰਗ ਸਟੂਡੈਂਟਸ ਹੀ ਹੈ ਜਿਹੜੇ ਸਾਰਿਆਂ ਤੋਂ ਜ਼ਿਆਦਾ ਇਸ ਚੀਜ਼ ਦੇ ਹਰਾਸਮੈਂਟ ਦੇ ਵਿਕਟਿਮ ਬਣ ਰਹੇ ਹੈ। ਇਹ ਚੀਜ਼ ਵੀ ਹੋਈ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਵਰਚੁਅਲ ਵਰਲਡ ਦੀ ਵਜ੍ਹਾ ਨਾਲ ਕਿਉਂਕਿ ਲਾਕਡਾਊਨ ਦੇ ਵਿੱਚ ਸਭ ਕੁਝ ਵਰਚੁਅਲੀ ਯੂਜ਼ ਹੋਇਆ ਹੈ, ਉਸੇ ਦੌਰਾਨ ਦਾ ਇਹ ਹੈਗਾ ਵੈਸੇ ਅਸੀਂ ਕੰਮ ਉਸ ਦੌਰਾਨ ਕੀਤਾ ਹੈ, ਪਰ ਜਦੋਂ ਅਸੀਂ ਰਿਸਪੋਂਡੈਂਟਸ ਨੂੰ ਪੁੱਛਿਆ ਸੀ ਉਦੋਂ ਉਹਨਾਂ ਨੂੰ ਪਿਛਲੇ 12 ਮਹੀਨੇ ਦਾ 1 ਸਾਲ ਦਾ ਉਹਨਾਂ ਦਾ ਐਕਸਪੀਰੀਅੰਸਿਸ ਪੁੱਛੇ ਸੀ ਕਿ ਤੁਹਾਡੇ ਨਾਲ ਕੋਈ ਇਹੋ ਜਿਹੀ ਕੋਈ ਘਟਨਾ ਹੋਈ ਹੈ। ਉਹਦੇ ਉੱਪਰ ਜਿਹੜਾ ਸਾਰਿਆਂ ਤੋਂ ਪਹਿਲੀ ਗੱਲ ਨਿਕਲ ਕੇ ਆਈ ਹੈ ਕਿ ਅਸੀਂ ਵਿਮਨ ਇਹ ਜਿਹੜਾ ਹੁੰਦਾ ਨਾ ਇੰਟਰਨੈਟ ਰਿਸਕੀ ਬਿਹੇਵੀਅਰ ਤੇ ਸੇਫਟੀ ਬਿਹੇਵੀਅਰ, ਉਹ ਦੋਨੋਂ ਹੀ ਸਟੈਂਡਰਡਸ ਅਸੀਂ ਇਹਦੇ ਤੇ ਇੰਪਲੀਮੈਂਟ ਕੀਤੇ ਸੀ। ਉਹ ਜੇ ਆਪਾਂ ਇੱਦਾਂ ਗੱਲ ਕਰੀਏ ਕਿ ਰਿਸਕੀ ਬਿਹੇਵੀਅਰ 'ਚ ਜਦੋਂ ਵੀ ਤੁਸੀਂ ਕੋਈ ਵੀ ਨਵਾਂ ਐਪ ਡਾਊਨਲੋਡ ਕਰਦੇ ਹੋ ਤਾਂ ਕੁਝ ਪ੍ਰਾਈਵੇਸੀ ਸੈਟਿੰਗਸ ਹੁੰਦੀਆਂ ਨੇ। ਉਹ ਜੇ ਤੁਸੀਂ ਇੱਕ ਵਾਰ ਦੇਖਿਆ ਹੋਵੇ ਕਿ ਲੈਪਟਾਪ 'ਤੇ ਉਹ ਸਾਰੀ ਸੈਟਿੰਗਸ ਦਿਖਦੀਆਂ ਨੇ, ਮੋਬਾਈਲ 'ਤੇ ਇੰਨੀ ਜ਼ਿਆਦਾ ਨਹੀਂ ਦਿਖਦੀਆਂ, ਠੀਕ ਹੈ। ਤਾਂ ਜਦੋਂ ਇਹ ਚੈੱਕ ਕੀਤਾ ਕਿ ਵੀ ਕਿੰਨੇ ਸਟੂਡੈਂਟਸ ਜਾਂ ਕਿੰਨਾ ਐਜ ਅ ਪਰਸਨਸ ਹੈ ਜਿਹੜੇ ਲੈਪਟਾਪ ਤੋਂ ਯੂਜ਼ ਕਰ ਰਹੇ ਹੈ, ਇੰਟਰਨੈਟ ਦਾ ਯੂਜ਼ ਕਰ ਰਹੇ ਹੈ, ਤਾਂ ਇਹ ਸਾਰਿਆਂ ਤੋਂ ਵੱਡੀ ਗੱਲ ਆਈ ਕਿ 94.5% ਰਿਸਪੋਂਡੈਂਟ ਜਿਹੜੇ ਵਿਕਟਿਮ ਹੈ ਉਹਨਾਂ 'ਚੋਂ 94% ਜਿਹੜੇ ਹੈ ਉਹ ਮੋਬਾਈਲ ਤੋਂ ਹੀ ਐਕਸੈਸ ਕਰ ਰਹੇ। ਤਾਂ ਉਹਨਾਂ ਦੀ ਪ੍ਰਾਈਵੇਸੀ ਸੈਟਿੰਗਸ ਤਾਂ ਕੋਈ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ, ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਪ੍ਰਾਈਵੇਸੀ ਸੈਟਿੰਗਸ ਦੇ ਉੱਪਰ ਥੋੜ੍ਹਾ ਫੋਕਸ ਕਰਨਾ ਚਾਹੀਦਾ, ਠੀਕ ਹੈ। ਫਿਰ ਦੂਜੀ ਗੱਲ ਆਈ ਕਿ ਜ਼ਿਆਦਾਤਰ ਜਿਹੜੇ ਵੀ ਰਿਸਪੋਂਡੈਂਟਸ ਹੈ ਉਹ ਪ੍ਰੀਪੇਡ ਆਪਣਾ ਜਿਹੜਾ ਹੈ ਕਨੈਕਸ਼ਨ ਸਿਮ ਕਾਰਡ ਉਹ ਯੂਜ਼ ਕਰ ਰਹੇ ਹੈ ਜਿੱਤੋਂ ਕਿ ਉਹ ਆਪਦਾ ਕੰਟਰੋਲ ਕਰ ਸਕਣ। ਨੈਕਸਟ ਜਿਹੜੀ ਗੱਲ ਆਈ ਉਹ ਆਈ ਕਿ ਸੋਸ਼ਲ ਮੀਡੀਆ 'ਤੇ 70% ਦੇ ਕਰੀਬ ਹੈ ਲੋਕ ਜਿਹੜੇ ਪ੍ਰਾਈਵੇਸੀ ਮਤਲਬ ਪ੍ਰਾਈਵੇਸੀ ਚਾਹੁੰਦੇ ਹੈ ਜਦੋਂ ਵੀ ਉਹ ਕੁਝ ਵੀ ਆਪਣਾ ਯੂਜ਼ ਕਰਦੇ ਹੈ, ਐਕਸੈਸ ਕਰਦੇ ਹੈ, ਉਦੋਂ ਉਹਨਾਂ ਨੂੰ ਉਹ ਮਤਲਬ ਇਕੱਲੇ ਬੈਠ ਕੇ ਉਹ ਐਕਸੈਸ ਕਰਨਾ ਚਾਹੁੰਦੇ ਹੈ। ਜਾਂ ਤਾਂ ਇਹ ਹੋ ਸਕਦਾ ਹੈ ਕਿ ਉਦੋਂ ਕੋਈ ਇਹੋ ਜਿਹੀ ਐਕਟੀਵਿਟੀ ਕਰ ਰਹੇ ਜਿਹੜੇ ਆਪਦੀ ਫੈਮਿਲੀ ਮੈਂਬਰ ਦੇ ਸਾਹਮਣੇ ਨਹੀਂ ਕਰ ਰਹੇ, ਜਾਂ ਫਿਰ ਹੋ ਸਕਦਾ ਹੈ ਫੈਮਿਲੀ ਮੈਂਬਰ ਕੋਲ ਟਾਈਮ ਹੀ ਨਹੀਂ ਹੈ ਉਹਨਾਂ ਨਾਲ ਬੈਠਣ ਦਾ, ਤਾਂ ਉਹ ਰੀਜ਼ਨਸ ਹੋ ਸਕਦੇ। ਨੈਕਸਟ ਆਇਆ ਜਦੋਂ ਅਸੀਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਵੀ ਕਿਹੜਾ ਸੋਸ਼ਲ ਪਲੇਟਫਾਰਮ ਹੈ ਜਿੱਥੇ ਹਰਾਸਮੈਂਟ ਦੀ ਸਾਰਿਆਂ ਤੋਂ ਜ਼ਿਆਦਾ ਇਵੈਂਟ ਜਿਹੜੀ ਵੀ ਹੈ ਚੀਜ਼ਾਂ ਉਹ ਚੱਲ ਰਹੀਆਂ ਨੇ, ਤਾਂ ਇੰਸਟਾਗ੍ਰਾਮ ਸਾਰਿਆਂ ਤੋਂ ਵੱਧ ਕੇ ਆਇਆ। 69% ਵਿਕਟਿਮਸ ਇੰਸਟਾਗ੍ਰਾਮ 'ਤੇ ਹੋਏ ਹੈ। ਮਤਲਬ ਜਿਹੜੀ ਵੀ ਇਹ ਘਟਨਾएं ਹੋਈਆਂ ਉਹਦੇ ਤੋਂ 69% ਘਟਨਾएं ਇੰਸਟਾਗ੍ਰਾਮ ਦੇ ਥਰੂ ਹੋਈਆਂ। ਜਦੋਂ ਅਸੀਂ ਇਹ ਪੁੱਛਿਆ ਕਿ ਕਿਹੜੇ ਟਾਈਪ ਦੀ ਘਟਨਾएं ਹੋ ਰਹੀਆਂ ਨੇ ਤਾਂ ਉਹਦੇ 'ਚ ਵਰਬਲ ਅਬਿਊਜ਼, ਸੈਕਸ਼ੂਅਲ ਕਮੈਂਟਸ, ਰੇਸ਼ੀਅਲ ਕਮੈਂਟਸ, ਬਲੈਕਮੇਲਿੰਗ ਤੇ ਡਿਫੇਮੇਸ਼ਨ, ਇਹ ਸਾਰਿਆਂ ਤੋਂ ਇੰਪੋਰਟੈਂਟ ਸੀ ਜਿਹੜੀ ਕਿ ਸਾਈਬਰ ਹੈਰਾਸਮੈਂਟ ਦਾ ਸਾਰਿਆਂ ਤੋਂ ਵੱਡੀ ਰੀਜ਼ਨਸ ਬਣ ਕੇ ਬਾਹਰ ਆ ਰਹੇ। ਤੇ ਇਹਦੇ 'ਚੋਂ ਵਰਬਲ ਅਬਿਊਜ਼ ਸਾਰਿਆਂ ਤੋਂ ਇੰਪੋਰਟੈਂਟ, ਵਰਬਲ ਤੇ ਸੈਕਸ਼ੂਅਲ ਕਮੈਂਟਸ। ਕਿੰਨੇ ਪਰਸੈਂਟ ਕੁੜੀਆਂ ਵੱਲੋਂ ਦੱਸਿਆ? 47% ਕੁੜੀਆਂ ਨੇ ਰਿਪੋਰਟ ਕੀਤਾ ਹੈ ਕਿ ਵਰਬਲ ਅਬਿਊਜ਼ ਹੋਇਆ ਉਹਨਾਂ ਦੇ ਨਾਲ, ਮਤਲਬ ਕਿ ਗਲਤ ਵਰਡਸ ਯੂਜ਼ ਕੀਤੇ ਗਏ, ਤੇ 50% ਦੇ ਆਸ-ਪਾਸ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਸੈਕਸ਼ੂਅਲ ਕਮੈਂਟਸ ਹੋਏ। ਮੈਂ ਪੜ੍ਹੇ ਲਿਖੇ ਦੇ ਸ਼ਹਿਰ ਦੇ ਵਿੱਚ ਇਸ ਤਰੀਕੇ ਦੀ ਹਾਂਜੀ ਬਿਲਕੁਲ। ਅੱਛਾ, ਤੇ ਜਦੋਂ ਇਹ ਇੱਕ ਹੋਰ ਇੰਪੋਰਟੈਂਟ ਕਮੈਂਟ ਸੀ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਦੋਂ ਤੁਹਾਡੇ ਨਾਲ ਇਹ ਘਟਨਾ ਘਟਦੀ ਹੈ ਉਸ ਟਾਈਮ 'ਤੇ ਤੁਸੀਂ ਆਪਦੇ ਫੈਮਿਲੀ ਮੈਂਬਰਸ ਨਾਲ ਜਾਂ ਕਿਸੇ ਫਰੈਂਡ ਨਾਲ ਕਿਸੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਡਿਸਕਲੋਜ਼ ਕਰਦੇ ਵੀ ਹੋ, ਕਿਉਂਕਿ ਜਦੋਂ ਤੱਕ ਕੁੜੀਆਂ ਉਹ ਡਿਸਕਲੋਜ਼ ਹੀ ਨਹੀਂ ਕਰਨਗੀਆਂ ਉਦੋਂ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ, ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਲੱਗਣਾ ਉਹਨੂੰ ਤੁਸੀਂ ਸੋਲਵ ਕਿਵੇਂ ਕਰ ਸਕਦੇ ਹੋ, ਹੈ ਨਾ। ਤਾਂ ਤਕਰੀਬਨ 37% ਰਿਸਪੋਂਡੈਂਟਸ ਨੇ ਕਿਹਾ ਕਿ ਅਸੀਂ ਆਪਣੇ ਫੈਮਿਲੀ ਮੈਂਬਰਸ ਨਾਲ ਇਹ ਸ਼ੇਅਰ ਨਹੀਂ ਕੀਤਾ ਹੈ। ਤੋ ਦਿਸ ਇਜ਼ ਡਰ ਦੀ ਵਜ੍ਹਾ ਨਾਲ ਮੈਮ? ਹਾਂ, ਡਰ ਵਜ੍ਹਾ ਨਾਲ ਜਾਂ ਕੁਝ ਵੀ ਕਹਿ ਲਓ, ਉਹ ਆਪਾਂ ਨਹੀਂ ਹਲੇ ਕਹਿ ਸਕਦੇ ਕਿ ਵੀ ਕੀ ਐਗਜ਼ੈਕਟਲੀ ਕੀ ਪ੍ਰੋਬਲਮ ਸੀ, ਪਰ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ। ਤੇ ਹਲੇ ਵੀ ਉਹ ਤੋਂ ਮਗਰੋਂ ਵੀ 52% ਰਿਸਪੋਂਡੈਂਟਸ ਨੇ ਇੱਦਾਂ ਕਿਹਾ ਹੈ ਕਿ ਜੇ ਜਦੋਂ ਵੀ ਕੋਈ ਵੀ ਚੀਜ਼ ਜੇ ਫੈਮਿਲੀ ਮੈਂਬਰ ਨੂੰ ਨਾ ਦੱਸੀ ਜਾਵੇ ਤੇ ਇਹ ਪ੍ਰੋਬਲਮ ਦਾ ਜੇ ਸੋਲਿਊਸ਼ਨ ਨਿਕਾਲਿਆ ਜਾਵੇ ਤਾਂ ਅਸੀਂ ਰੈਡੀ ਹਾਂ ਇਹ ਪ੍ਰੋਬਲਮ ਸ਼ੇਅਰ ਕਰਨ ਵਾਸਤੇ। ਤੋ ਇਹ ਸਾਰੀ ਇੰਪੋਰਟੈਂਟ ਪੁਆਇੰਟਸ ਸੀ ਜਿਹੜੇ ਪੂਰੀ ਸਟੱਡੀ ਤੋਂ ਨਿਕਲ ਕੇ ਆਏ ਆ।
ਇਹਨਾਂ ਨਾਲ ਸਾਡੇ ਨਾਲ मीनाक्षी राणा जी भी है ना, ये भी इन्होंने ਦੇ ਨਾਲ स्टडी की है। मीनाक्षी जी, आपसे जानना चाहूँगा कि ये जो स्टडी हुई है, मैम ने जैसे बताया कि इसका जो मेन जो फोकस था वो वर्चुअल वर्ल्ड की दुनिया में जिस तरीके से जा, पिछले दिनों हमने देखा कि टिकटॉक्स वगैरह पे भी जो लोग हैं वो ज़्यादा मतलब उसके ऊपर हो रहे हैं, ख़ास तौर पर लड़कियों की बात की जाए, लड़कियाँ उस पर ज़्यादा वो थी, क्या वो भी एक रीज़न रहा है? उस पर भी क्या हरासमेंट की वैसी कोई बात सामने आई? सर, इंटरनेट की दुनिया बहुत बड़ी दुनिया है, असीमित दुनिया है। जब हमने ये प्रोजेक्ट भी शुरू किया था तो साइबर सेल से जब हमारी बात होती थी तो उन्होंने कहा ऑफेंडर को टैप करना बहुत मुश्किल है, क्योंकि उन्होंने हमारे साथ कई सारी केस स्टडी ऐसी बताई कि जब हम ट्रेस करते हैं, सिम कार्ड मिलता है साउथ अफ्रीका का, अब आप किसी दूसरे देश में जब तक आपके कानून में सारा कोऑर्डिनेशन होता है तब तक वो इंसिडेंट्स को बहुत टाइम हो चुका होता है। तो हमारा ये नज़रिया था कि यहाँ पर ऑफेंडर को पकड़ना शायद उतना आसान नहीं है, पर हम विक्टिम से बात कर सकते हैं कि किस तरीके से वो अपने आप को सेफ़ बनाए, वो क्या क्या ऐसा करे। अब जैसे टिकटॉक ही है सर, टिकटॉक पे बिना सोचे समझे आप अपनी बेशुमार वीडियोस अपलोड कर रहे हो, आपको ये नहीं पता कि एक बार इंटरनेट पे जो अपलोड हो गया वो कभी डिलीट नहीं हो सकता और उसका एक्सेस सभी के पास है। आप अपने पर्सनल कमेंट्स, अपनी पर्सनल फैमिली सबको एक्सेस करा रहे हो। तो हमने यही जानने की अपने जब बच्चों से कोशिश की, अपने सारे वो सारी हमारा क्राइटेरिया था कि चंडीगढ़ में चाहे आप पढ़ते हो या आप काम करते हो, आप इस स्टडी को भरिए। तो चौंकाने वाली बात ये नज़र आई कि किसी को परवाह नहीं है, जब आप कोई ऐप डाउनलोड करते हो क्या उसका सेफ्टी आप देखते हो वो सेफ़ है या नहीं है, और अगर आपके साथ कोई घटना हो जाती है तो क्या आप पुलिस या घर वालों को बताते हो? 70% लोगों ने कहा कि हम नहीं बताते। जब आप क्राइम को रिपोर्ट भी नहीं कर रहे हो, किसी के साथ शेयर भी नहीं कर रहे हो और भविष्य में वो रिपीट ना हो उसके लिए भी कोई कदम नहीं उठा रहे हो, तो बहुत मुश्किल है एक सुरक्षित प्लेटफॉर्म बनाना। तो अब हमने इसके लिए आगे के लिए यह स्ट्रेटजी तैयार की है कि साइबर सेल के साथ मिलकर हमारे कॉलेज की एक टीम काम करेगी। उनका सर एक डिजिटल प्लेटफॉर्म है ई साथी, जिसमें वो हेल्प करते हैं। तो हमारी टीम उनके साथ काम करेगी कि वही बच्चे उनको बताएं, वही पर्टिकुलर एज ग्रुप बताए जो सबसे ज़्यादा वनरेबल है, कि किस तरीके से इस डिजिटल स्पेस को बहुत अच्छा बनाया जाए, सेफ़ बनाया जाए। तो 2-3 बहुत अच्छी रिकमेंडेशंस भी हैं। बच्चों ने कहा कि हमें एक ऐसी हेल्पलाइन दी जाए, हम रिपोर्ट नहीं करना चाहते, हम सिर्फ शेयर करना चाहते हैं अपनी बातें, कि हम बताएं हमारे साथ ये हुआ है, हमसे गलती से एक पिक्चर अपलोड हो गई, अब हम क्या कर सकते हैं। तो वहाँ पे बच्चों की रिपोर्ट वाली हेजिटेशन कम होगी और वो सिर्फ शेयर करेंगे। तो बच्चों ने उनको फ्रेंड हेल्पलाइन बोला है और हम बहुत सारे और ऐप के अंडर काम करेंगे और उन्हीं बच्चों से सजेशंस लेके साइबर सेल बहुत अच्छे से हमारे साथ कोऑपरेट कर रहा है। मिस रश्मि यादव मैम है वहाँ पे, शी इज़ सपोर्टिंग अ लॉट, तो वो हमारी पूरी हेल्प करेंगी। उन्हीं के प्रिंसिपल मैम और रश्मि मैम का ही ये पूरा हम गाइडेंस और सपोर्ट था जब हम इतनी बड़ी स्टडी कर पाए, और इसके रिज़ल्ट सच में हमें बहुत ज़्यादा प्रेरित कर रहे हैं आगे काम करने के लिए, क्योंकि बहुत काम करने की ज़रूरत है। मैम, जैसे डिजिटल वर्ल्ड का टाइम है ये सारा, और सोशल मीडिया पे ज़्यादा जो लोग हैं वो डिपेंड हो गए हैं, आप मानते हैं कि ये भी एक बड़ा रीज़न है कि इसमें इसकी वजह से भी जो ज़्यादा इस तरीके के हरासमेंट की कंप्लेंट्स है वो ज़्यादा सामने आए? सर, सोशल मीडिया आपको खुद से इनवाइट नहीं करता, आप खुद उसमें उस मोड में जाते हो। आप जैसा टाइम था, जैसे लॉकडाउन का टाइम था, तो उसमें तो सब कुछ वर्चुअल वर्ल्ड ही था। जी, हमारी स्टडी में भी ये निकल कर आया कि एजुकेशन इज़ ऑल्सो वन ऑफ द इम्पॉर्टेंट, एजुकेशन भी एक मेन एम है इंटरनेट यूज़ करने का। और लॉकडाउन में ऑनलाइन एजुकेशन की वजह से बहुत सारे ऐप डाउनलोड करने के लिए हम मजबूर हुए। तो यहाँ पे हमें अपने मोबाइल में सेफ्टी स्कोर लगाने की ज़रूरत है। हम उस पर काम कर रहे हैं कि हर एक के मोबाइल में एक सेफ्टी स्कोर आ जाए, कि जैसे आपने कोई ऐप डाउनलोड किया आपको पता चले आपका रिस्क कितना % है, ताकि आप आगे के लिए अलर्ट हो जाओ। और इस प्लेटफॉर्म के थ्रू हम ये ज़रूर कहना चाहते हैं, मोबाइल में सारी दुनिया सिमट गई है, लेकिन आप अपने मोबाइल में कोई भी प्राइवेट पिक्चर्स गैलरी में ना रखें, क्योंकि जब भी आप कोई ऐप डाउनलोड करते हो उसका एक्सेस आपकी गैलरी में है, उसका एक्सेस आपके कॉन्टैक्ट्स में है। तो कृपा करके अपने फ़ोन में ऐसा कुछ ना रखें ताकि आपको आगे ब्लैकमेलिंग का शिकार होना पड़े, क्योंकि हमारी स्टडी में निकल कर आया कि सिर्फ लड़के, हम ये मान के चलते हैं ना कि कोई अनप्लेजेंट एक्सपीरियंस हुआ है तो लड़कों ने किया होगा, पर हमारी स्टडी में निकल कर आया लड़कियां भी लड़कियों को ब्लैकमेल करती हैं। तो कितने % है?
10% के करीब ऐसी स्टडी में निकल कर आया कि लड़कियां भी ब्लैकमेल करती हैं खुद अपने क्लासमेट्स को पूरे चंडीगढ़ में। तो ये भी एक चौंकाने वाली बात है, क्योंकि हमारा नॉर्मली ये नज़रिया रहता है कि कुछ शरारती तत्व हैं जो कि मेल हैं, बॉयज़ हैं, वो शायद लड़कियों को स्टॉक करते हैं, हैरेस करते हैं, बट लड़कियां भी इस मामले में पीछे नहीं हैं, ख़ास तौर पे जो आपकी दोस्त हैं जिनके साथ आप अपना डेटा शेयर करते हो। मेरा आखिरी सवाल आपसे, ये जो आपने सर्वे की है, जो स्टडी की, जैसे आपने कहा कि साइबर क्राइम के साथ हम मिलके इसको अब आगे वो करेंगे, मेन फोकस क्या रहेगा मैम? अब जैसे ये तो सारे डाटाज आ गए आपके पास, इसके बाद फर्दर आगे क्या काम है इसके ऊपर? कैसे इसको कंट्रोल करने के लिए कोई अवेयरनेस कैंपेन्स चलाई जाएंगी? यस सर, अवेयरनेस डेफिनेटली बढ़ानी पड़ेगी, क्योंकि मैंने आपको पहले भी बताया इंटरनेट की दुनिया असीमित है। ऑफेंडर्स को ट्रेस करने में टाइम लगेगा, बट हम अपने यूज़र्स को अवेयर कर सकते हैं कि आपने अपने डिजिटल वर्ल्ड को बेहतर तरीके से सेफ्टी के साथ कैसे यूज़ करना है। तो हम प्लानिंग कर रहे हैं चंडीगढ़ पुलिस के साथ कि वो अपने फेसबुक को यूज़र फ्रेंडली बनाए, और हम बच्चों से ही, अपने कॉलेज के बच्चों से ही शॉर्ट वीडियोज़ बनवाएंगे ताकि वो दूसरे बच्चों में आगे उसको चैनलाइज करके प्रमोट कर सकें। तो वी आर वर्किंग ऑन दैट। ठीक है, ਬਿਲਕੁਲ ਤੁਸੀਂ ਸੁਣਿਆ ਇੱਕ ਜਿਸ ਤਰੀਕੇ ਨਾਲ ਸਿਟੀ ਬਿਊਟੀਫੁਲ ਨੂੰ ਸਿਰਫ ਪੜ੍ਹੇ ਲਿਖੇ ਦੇ ਸ਼ਹਿਰ ਦੇ ਨਾਲ ਪਹਿਚਾਨਿਆ ਜਾਂਦਾ, ਉੱਥੇ ਦੀ ਇੱਕ ਕਾਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿੱਥੇ ਇੱਕ ਵੱਡਾ ਸਰਵੇ ਹੋਇਆ ਹੈ ਜਿਹਦੇ ਵਿੱਚ ਹੈਰਾਨ ਕਰ ਦੇਣ ਵਾਲੇ ਜਿਹੜੇ ਨਤੀਜੇ ਸਾਹਮਣੇ ਆਏ ਕਿ ਕਿਵੇਂ ਜਿਹੜੇ ਇੱਕ ਅਸੀਂ ਜਿਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਅੱਜ ਕੱਲ੍ਹ, ਯਾਨੀ ਕਿ ਵਰਚੁਅਲ ਵਰਲਡ ਜਿਸ ਨੂੰ ਨਾਮ ਦਿੱਤਾ ਜਾਂਦਾ ਹੈ, ਉਸ ਦੇ ਵਿੱਚ ਕੁੜੀਆਂ ਕਿਸ ਤਰੀਕੇ ਨਾਲ ਹਰਾਸਮੈਂਟ ਦੀ ਸ਼ਿਕਾਰ ਹੋ ਰਹੀ ਹੈ। ਇਹਨਾਂ ਦੇ ਨਤੀਜਿਆਂ ਦੇ ਵਿੱਚ ਨਿਕਲ ਕੇ ਆਇਆ ਤੇ ਸਾਫ਼ ਸਾਬਤ ਹੋ ਰਿਹਾ ਹੈ ਕਿ ਇਹ ਵਰਚੁਅਲ ਵਰਲਡ ਕਿਵੇਂ ਸਾਡੇ ਜਿਹੜਾ ਭਵਿੱਖ ਨੂੰ ਖਰਾਬ ਕਰ ਰਿਹਾ, ਤੇ ਕਿਵੇਂ ਅਸੀਂ ਆਸਾਨੀ ਦੇ ਨਾਲ ਇਸ ਵਰਚੁਅਲ ਵਰਲਡ ਦੇ ਵਿੱਚ ਆ ਕੇ ਹਰਾਸਮੈਂਟ ਦੇ ਸ਼ਿਕਾਰ ਹੋ ਰਹੇ ਹਾਂ। ਤੇ ਇਹ ਨਤੀਜੇ ਵੀ ਕੁਛ ਇਸੇ ਤਰੀਕੇ ਨਾਲ ਜਿਹੜੇ ਸਾਫ਼ ਸਾਬਤ ਕਰ ਰਹੇ ਨੇ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਚੰਡੀਗੜ੍ਹ ਸਾਈਬਰ ਸੈੱਲ ਦੇ ਨਾਲ ਜਿਹੜਾ ਇੱਕ ਅਵੇਅਰਨੈਸ ਕੈਂਪੇਨ ਚਲਾਈ ਜਾਏਗੀ ਤਾਂ ਕਿ ਮਹਿਲਾਵਾਂ ਅਤੇ ਕੁੜੀਆਂ ਨੂੰ ਖਾਸ ਤੌਰ 'ਤੇ ਇਸ ਤਰੀਕੇ ਦੀ ਹਰਾਸਮੈਂਟ ਹੋਣ ਤੋਂ ਬਚਾਇਆ ਜਾ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰकुश महाजन, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।